ਗੁੱਡ ਮਾਰਨਿੰਗ ਸਟੂਡੈਂਟਸ। ਟੂਰਿਜ਼ਮ ਐਂਡ ਹੌਸਪਿਟੈਲਿਟੀ ਦੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਅਸੀਂ ਕਲਾਸ 11th ਦੇ 2 ਈਅਰ ਪੈਟਰਨ ਜੌਬ ਰੋਲ ਕਸਟਮਰ ਸਰਵਿਸ ਐਗਜ਼ੀਕਿਊਟਿਵ ਮੀਟ ਐਂਡ ਗ੍ਰੀਟ ਦੇ ਯੂਨਿਟ 6 ਦੇ ਟੌਪਿਕ ਕਮਿਊਨੀਕੇਸ਼ਨ ਵਿਦ ਕਸਟਮਰਸ ਐਂਡ ਕੁਲੀਗਸ ਬਾਰੇ ਵਿਚਾਰ ਪੇਸ਼ ਕਰਾਂਗੇ। ਸਮਝਾਂਗੇ ਕਿ ਕਮਿਊਨੀਕੇਸ਼ਨ ਕੀ ਹੈ ਤੇ ਕਸਟਮਰਸ ਤੇ ਕੁਲੀਗਸ ਦੇ ਨਾਲ ਕਿਸ ਤਰੀਕੇ ਦੇ ਨਾਲ ਕਮਿਊਨੀਕੇਟ ਕਰਨਾ ਚਾਹੀਦਾ ਹੈ, ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਕਸਟਮਰ ਜਿਹੜਾ ਹੈ ਉਹ ਵੀ ਸੰਤੁਸ਼ਟ ਹੋ ਜਾਵੇ ਤੇ ਜਿਹੜੇ ਸਾਡੇ ਕਰਮਚਾਰੀ ਨੇ ਉਹ ਵੀ ਉਤਸ਼ਾਹਪੂਰਵਕ ਕੰਮ ਕਰ ਸਕਣ ਤੇ ਹੌਸਪਿਟੈਲਿਟੀ ਇੰਡਸਟਰੀ ਜਿਹੜੀ ਹੈ ਇਸ ਦੇ ਕਾਰੋਬਾਰ ਦੇ ਵਿੱਚ ਬਹੁਤ ਜ਼ਿਆਦਾ ਮੁਨਾਫਾ ਹੋ ਸਕੇ। ਸਭ ਤੋਂ ਪਹਿਲੀ ਗੱਲ ਹੈ ਜੀ, ਕਮਿਊਨੀਕੇਸ਼ਨ ਕੀ ਹੈ। ਕਮਿਊਨੀਕੇਸ਼ਨ ਦਾ ਮੀਨਿੰਗ ਹੈ ਸੰਚਾਰ, ਭਾਵ ਕਿ ਅਸੀਂ ਆਪਣੇ ਵਿਚਾਰ ਹੈ ਜਿਹੜੇ ਉਹ ਇੱਕ ਦੂਸਰੇ ਨੂੰ ਬੋਲ ਕੇ, ਲਿਖ ਕੇ ਜਾਂ ਆਪਣੇ ਚਿਹਰੇ ਦੇ ਹਾਵਾਂ ਭਾਵਾਂ ਦੇ ਨਾਲ ਪੇਸ਼ ਕਰ ਸਕਦੇ ਹਾਂ। ਅਤੇ ਸਾਡਾ ਜਿਹੜਾ ਕਮਿਊਨੀਕੇਸ਼ਨ ਦਾ ਤਰੀਕਾ ਹੈ ਬਹੁਤ ਹੀ ਵਧੀਆ ਹੋਣਾ ਚਾਹੀਦਾ ਹੈ, ਸਲੀਕੇ ਭਰਪੂਰ ਹੋਣਾ ਚਾਹੀਦਾ ਹੈ ਤਾਂ ਕਿ ਸਾਡਾ ਜਿਹੜਾ ਪਹਿਲਾ ਪ੍ਰਭਾਵ ਹੈ ਉਹ ਦੂਸਰੇ ਦੇ ਲਈ ਬੈਸਟ ਬਣ ਸਕੇ। ਕਿਉਂਕਿ ਸਾਡੀ ਸ਼ਖਸੀਅਤ ਦਾ, ਸਾਡੇ ਵਿਅਕਤੀਤਵ ਦਾ ਪਤਾ ਸਾਡੇ ਬੋਲਾਂ ਤੋਂ, ਸਾਡੇ ਵਿਚਾਰਾਂ ਤੋਂ ਚੱਲਦਾ ਹੈ। ਇਸ ਲਈ ਇੱਕ ਕਰਮਚਾਰੀ ਨੂੰ ਵਧੀਆ ਤਰੀਕੇ ਦੇ ਨਾਲ ਆਪਣੇ ਕਸਟਮਰ ਦੇ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਹਦੇ ਫੇਸ 'ਤੇ ਹਮੇਸ਼ਾ ਇੱਕ ਸਮਾਈਲ ਹੋਣੀ ਚਾਹੀਦੀ ਹੈ ਜੋ ਕਿ ਕਸਟਮਰ ਨੂੰ ਪ੍ਰਭਾਵਿਤ ਕਰਦੀ ਹੈ। ਸੋ ਕਸਟਮਰ ਨਾਲ ਪ੍ਰਭਾਵਸ਼ਾਲੀ ਢੰਗ ਦੇ ਨਾਲ ਸੰਚਾਰ ਕਰਨਾ। ਕਿਸੇ ਵੀ ਕੰਮ ਵਾਲੀ ਜਗ੍ਹਾ ਵਿੱਚ ਪ੍ਰਭਾਵਸ਼ਾਲੀ ਸੰਚਾਰ ਮਹੱਤਵਪੂਰਨ ਹੁੰਦਾ ਹੈ ਅਤੇ ਹੌਸਪਿਟੈਲਿਟੀ ਇੰਡਸਟਰੀ ਵਿੱਚ ਤਾਂ ਕਮਿਊਨੀਕੇਸ਼ਨ ਇੱਕ ਬਹੁਤ ਹੀ ਇੰਪੋਰਟੈਂਟ ਗੱਲ ਆ ਜਾਂਦੀ ਹੈ। ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਇੱਕ ਹੋਟਲ ਮੈਨੇਜਰ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਗੁਣ ਹੈ। ਸ਼ਾਨਦਾਰ ਸੰਚਾਰ ਹੁਨਰ ਮਹਿਮਾਨਾਂ ਦੇ ਤਜਰਬੇ ਨੂੰ ਵਧਾ ਸਕਦੇ ਹਨ। ਗਾਹਕਾਂ ਦੇ ਫੀਡਬੈਕ ਦੀ ਕਦਰ ਕਰਨੀ ਚਾਹੀਦੀ ਹੈ। ਤੁਸੀਂ ਮਹਿਮਾਨਾਂ ਅਤੇ ਸਟਾਫ ਦੇ ਹੋਰ ਮੈਂਬਰਾਂ ਨਾਲ ਸਪਸ਼ਟ ਤੌਰ 'ਤੇ ਗੱਲਬਾਤ ਕਰ ਸਕਦੇ ਹੋ। ਇਲੈਕਟ੍ਰੋਨਿਕ ਸੰਚਾਰ ਦੇ ਇਸ ਯੁੱਗ ਵਿੱਚ ਸਾਨੂੰ ਪ੍ਰਾਹੁਣਾਚਾਰੀ ਦੇ ਉਦਯੋਗ ਵਿੱਚ ਚੰਗੀ ਤਰ੍ਹਾਂ ਚਲੀ ਗਈ ਜ਼ੁਬਾਨੀ ਅਤੇ ਗੈਰ ਜ਼ੁਬਾਨੀ ਸੰਚਾਰ ਕੁਸ਼ਲਤਾ ਦੀ ਮਹੱਤਤਾ ਨੂੰ ਨਹੀਂ ਭੁੱਲਣਾ ਚਾਹੀਦਾ। ਹੋਟਲ ਦੇ ਰਿਸੈਪਸ਼ਨ ਵਿੱਚ ਵਧੀਆ ਚਿਹਰਾ ਬਣਨਾ ਚਾਹੀਦਾ ਹੈ। ਮਹਿਮਾਨਾਂ ਨੂੰ ਈਮੇਲ ਕਰਨਾ ਚਾਹੀਦਾ ਹੈ ਜਾਂ ਸੰਭਾਵਿਤ ਮਹਿਮਾਨ ਨਾਲ ਟੈਲੀਫੋਨ 'ਤੇ ਗੱਲਬਾਤ ਬੜੇ ਹੀ ਸਲੀਕੇ ਨਾਲ ਕਰਨੀ ਚਾਹੀਦੀ ਹੈ। ਸਰਗਰਮੀ ਦੇ ਨਾਲ ਸੁਣਨਾ ਚਾਹੀਦਾ ਹੈ ਅਤੇ ਸਮਝਦਾਰੀ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਵਧੀਆ ਸੰਚਾਰ ਕੁਸ਼ਲਤਾ ਮਹਿਮਾਨਾਂ ਦੇ ਤਜਰਬੇ ਨੂੰ ਵਧਾ ਸਕਦੇ ਹਨ ਕਿਉਂਕਿ ਇਹ ਦਰਸਾਉਂਦਾ ਹੈ ਕਿ ਤੁਸੀਂ ਉਹਨਾਂ ਨੂੰ ਸੁਣ ਰਹੇ ਹੋ, ਉਹਨਾਂ ਦੇ ਫੀਡਬੈਕ ਦੀ ਕਦਰ ਕਰਦੇ ਹੋ, ਸਪਸ਼ਟ ਸੰਦੇਸ਼ ਦਿੰਦੇ ਹੋ। ਇਹ ਗਾਹਕਾਂ ਦੀ ਵਫਾਦਾਰੀ, ਕਾਰੋਬਾਰ ਨੂੰ ਵਧਾਉਣ ਅਤੇ ਅਖੀਰ ਵਿੱਚ ਹੋਟਲ ਹੋਰ ਸਫਲ ਬਣਨ ਦੀ ਅਗਵਾਈ ਕਰ ਸਕਦਾ ਹੈ। ਆਪਣੇ ਕਰਮਚਾਰੀਆਂ ਨੂੰ ਸੁਣੋ। ਇਹ ਉਹ ਲੋਕ ਹਨ ਜੋ ਆਪਣੇ ਮਹਿਮਾਨਾਂ ਨਾਲ ਦਿਨ ਪ੍ਰਤੀ ਦਿਨ ਵਿਵਹਾਰ ਕਰ ਰਹੇ ਹਨ। ਚੰਗੀ ਤਰ੍ਹਾਂ ਕਸਟਮਰ ਦੀ ਗੱਲ ਸੁਣ ਕੇ ਸਾਰਥਕ ਢੰਗ ਨਾਲ ਪ੍ਰਤੀਕਿਰਿਆ ਕਰੋ। ਪ੍ਰਬੰਧਕਾਂ ਅਤੇ ਸਟਾਫ ਨੂੰ ਪ੍ਰਭਾਵਸ਼ਾਲੀ ਸੰਚਾਰ ਢੰਗ ਦੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਉਸਾਰੂ ਆਲੋਚਨਾ ਦੀ ਪੇਸ਼ਕਸ਼ ਕਰੋ ਅਤੇ ਵਿਸ਼ਵਾਸ ਬਣਾ ਕੇ ਚੱਲੋ। ਟੀਮ ਤੁਹਾਡੇ ਪ੍ਰਾਹੁਣਾਚਾਰੀ ਦੇ ਕਾਰੋਬਾਰ ਦੀ ਦਿਲ ਦੀ ਧੜਕਣ ਹੈ। ਭਾਵੇਂ ਤੁਸੀਂ ਹੋਟਲ ਦੇ ਖੇਤਰ ਵਿੱਚ ਹੋ, ਮੁਕਾਬਲੇ ਵਾਲੇ ਕੈਫੇ ਸੀਨ ਜਾਂ ਇੱਕ ਰੈਸਟੋਰੈਂਟ ਚੇਨ, ਜੇਤੂ ਸੇਵਾ ਪ੍ਰਦਾਨ ਕਰਨ ਦੀ ਤੁਹਾਡੀ ਯੋਗਤਾ ਤੁਹਾਡੇ ਲੋਕਾਂ ਵਿੱਚ ਵਾਪਸ ਆ ਜਾਂਦੀ ਹੈ। ਗਾਹਕਾਂ ਦੇ ਤਜਰਬੇ ਅਤੇ ਉਤਪਾਦਕਤਾ ਤੋਂ ਲੈ ਕੇ ਸਟਾਫ ਕਰਮਚਾਰੀ ਦੇ ਮਨੋਬਲ ਅਤੇ ਟਰਨਓਵਰ ਤੱਕ ਟੀਮ ਸੰਚਾਰ ਬਹੁਤ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਪ੍ਰਾਹੁਣਾਚਾਰੀ ਉਦਯੋਗ ਵਿੱਚ ਗਾਹਕਾਂ ਦੀ ਸੰਤੁਸ਼ਟੀ ਬਹੁਤ ਮਹੱਤਵਪੂਰਨ ਹੈ। ਸਟਾਫ ਕਰਮਚਾਰੀ ਕਾਲਾਂ ਦਾ ਉੱਤਰ ਦਿੰਦੇ ਹਨ, ਤਬਦੀਲੀਆਂ ਦਾ ਤਾਲਮੇਲ ਕਰ ਸਕਦੇ ਹਨ। ਟੀਮ ਸੰਚਾਰ ਵਿੱਚ ਸੁਧਾਰ ਕਰਨਾ ਗਾਹਕਾਂ ਨੂੰ ਲਾਭ ਵੀ ਪਹੁੰਚਾਉਂਦਾ ਹੈ। ਨਿਰਵਿਘਨ ਸੇਵਾ ਵਧੇਰੇ ਆਰਾਮਦਾਇਕ ਮਾਹੌਲ ਪੈਦਾ ਕਰ ਸਕਦੀ ਹੈ।
ਟੀਮ ਸੰਚਾਰ ਸਮੇਂ ਤੇ ਪੈਸੇ ਦੀ ਬਚਤ ਕਰ ਸਕਦੀ ਹੈ। ਸੋ ਇਹ ਸਾਰੀਆਂ ਮੁੱਢਲੀਆਂ ਉਹ ਗੱਲਾਂ ਨੇ ਜਿਨ੍ਹਾਂ ਦੇ ਨਾਲ ਅਸੀਂ ਹੌਸਪਿਟੈਲਿਟੀ ਇੰਡਸਟਰੀ ਦੇ ਵਿੱਚ ਉਤਸ਼ਾਹ ਦੇ ਨਾਲ ਆਪਣਾ ਜਿਹੜਾ ਯੋਗਦਾਨ ਪ੍ਰਦਾਨ ਕਰ ਸਕਦੇ ਹਾਂ ਕਿ ਕਿਸੇ ਵੀ ਕੰਮ ਵਾਲੀ ਜਗ੍ਹਾ ਦੇ ਉੱਤੇ ਜਿਹੜਾ ਹੈ ਇੱਕ ਸੰਚਾਰ ਬੜੇ ਹੀ ਵਧੀਆ ਤਰੀਕੇ ਦੇ ਨਾਲ ਕਰਨਾ ਚਾਹੀਦਾ ਹੈ। ਆਪਣੀ ਕਮਿਊਨੀਕੇਸ਼ਨ ਸਕਿੱਲ ਹੈ ਜੋ ਉਸ ਦਾ ਅੱਛੇ ਤਰੀਕੇ ਦੇ ਨਾਲ ਪ੍ਰਗਟਾਵਾ ਕਰਨਾ ਚਾਹੀਦਾ ਹੈ। ਬੜੇ ਸ਼ਾਂਤ ਸੰਜਮ ਤਰੀਕੇ ਦੇ ਨਾਲ ਅਸੀਂ ਆਪਣੇ ਗਾਹਕ ਨੂੰ ਉਤਸ਼ਾਹਿਤ ਕਰ ਸਕਦੇ ਹਾਂ ਕਿ ਉਹ ਸਾਡਾ ਵਫਾਦਾਰ ਗਾਹਕ ਬਣ ਸਕੇ ਅਤੇ ਹਰ ਵਾਰ ਉਸ ਦੀ ਪਸੰਦ ਸਾਡਾ ਹੀ ਹੋਟਲ ਜਾਂ ਰੈਸਟੋਰੈਂਟ ਬਣ ਸਕੇ। ਮਹਿਮਾਨਾਂ ਨੂੰ ਇੱਕ ਵਧੀਆ ਜਿਹੜਾ ਤਜਰਬਾ ਪ੍ਰਾਪਤ ਹੋ ਸਕੇ, ਉਹਨਾਂ ਦਾ ਐਕਸਪੀਰੀਅੰਸ ਸਾਡੇ ਪ੍ਰਤੀ ਬਹੁਤ ਹੀ ਪੋਜ਼ੀਟਿਵ ਹੋ ਸਕੇ ਅਤੇ ਉਹਨਾਂ ਦੀ ਫੀਡਬੈਕ ਜਿਹੜੀ ਹੈ ਉਹ ਸਾਡੇ ਲਈ ਬਹੁਤ ਹੀ ਕੰਮ ਵਾਲੀ ਹੋ ਸਕਦੀ ਹੈ। ਇਸ ਤੋਂ ਇਲਾਵਾ ਜਿਹੜਾ ਹੈੱਡ ਹੈ ਉਹਨੂੰ ਵੀ ਆਪਣੇ ਅਧੀਨ ਕੰਮ ਕਰਨ ਵਾਲੇ ਜਿਹੜੇ ਇੰਪਲੋਏ ਹੈਗੇ ਨੇ, ਕਰਮਚਾਰੀ ਨੇ, ਉਹਨਾਂ ਦੇ ਨਾਲ ਸਾਰਥਕ ਢੰਗ ਦੇ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਹਨਾਂ ਉੱਪਰ ਕਿਸੇ ਤਰ੍ਹਾਂ ਦਾ ਕੋਈ ਵੀ ਬੋਝ ਨਹੀਂ ਪਾਉਣਾ ਚਾਹੀਦਾ ਕਿਉਂਕਿ ਜੇਕਰ ਕਰਮਚਾਰੀ ਤਣਾਅ ਵਿੱਚ ਹੋਣਗੇ ਤਾਂ ਉਹ ਆਪਣੇ ਕੰਮ ਨੂੰ ਚੰਗੇ ਢੰਗ ਨਾਲ ਨਹੀਂ ਕਰ ਸਕਦੇ ਅਤੇ ਇਸ ਦਾ ਅਸਰ ਜਿਹੜਾ ਹੈਗਾ ਉਹ ਗਾਹਕ ਦੇ ਉੱਪਰ ਪਏਗਾ, ਜਿਸ ਦੇ ਨਾਲ ਕਿ ਸਿੱਧੇ ਤੌਰ 'ਤੇ ਹੀ ਹੌਸਪਿਟੈਲਿਟੀ ਇੰਡਸਟਰੀ ਨੁਕਸਾਨ ਵੱਲ ਜਾ ਸਕਦੀ ਹੈ, ਮੁਨਾਫਾ ਨਹੀਂ ਹੋ ਸਕਦਾ। ਸੋ ਇੱਕ ਹੈੱਡ ਹੈ ਜੋ ਉਸ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਮੇਂ-ਸਮੇਂ 'ਤੇ ਉਤਸ਼ਾਹਿਤ ਕਰਦਾ ਰਹੇ, ਉਹਨਾਂ ਦੇ ਨਾਲ ਇੱਕ ਵਧੀਆ ਰਿਸ਼ਤਾ ਨਿਭਾ ਸਕੇ। ਤਾਂ ਹੀ ਕਰਮਚਾਰੀ ਜਿਹੜਾ ਹੈ ਉਹ ਗਾਹਕਾਂ ਦੀਆਂ ਸ਼ਿਕਾਇਤਾਂ ਨੂੰ ਵੀ ਬਹੁਤ ਹੀ ਪੋਲਾਈਟ ਤਰੀਕੇ ਦੇ ਨਾਲ ਹੱਲ ਕਰ ਸਕਦਾ ਹੈ। ਸੋ ਹੌਸਪਿਟੈਲਿਟੀ ਇੰਡਸਟਰੀ ਵਿੱਚ ਟੀਮ ਵਰਕ ਬਹੁਤ ਹੀ ਮਾਇਨੇ ਰੱਖਦਾ ਹੈ। ਨੈਕਸਟ ਪੁਆਇੰਟ ਹੈ ਜੀ 5 ਵੇਜ਼ ਟੂ ਕਮਿਊਨੀਕੇਟ ਮੋਰ ਇਫੈਕਟਿਵਲੀ ਇਨ ਹੌਸਪਿਟੈਲਿਟੀ। 5 ਕਿਹੜੇ ਤਰੀਕੇ ਨੇ ਜਿਨ੍ਹਾਂ ਦੇ ਨਾਲ ਪ੍ਰਾਹੁਣਾਚਾਰੀ ਉਦਯੋਗ ਦੇ ਵਿੱਚ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਸੰਚਾਰ ਕੀਤਾ ਜਾ ਸਕਦਾ ਹੈ। ਫਸਟ ਹੈ ਜੀ ਇੰਪਲੋਏ ਚੈੱਕ-ਇਨਸ। ਪ੍ਰਬੰਧਨ ਨਾਲ ਇੱਕ ਤੋਂ ਬਾਅਦ ਇੱਕ ਮੁਲਾਕਾਤ ਕਰਮਚਾਰੀ ਦੇ ਮਨੋਬਲ ਲਈ ਅਚੰਭੇ ਕਰ ਸਕਦੀ ਹੈ। ਆਪਣੇ ਸਟਾਫ ਕਰਮਚਾਰੀਆਂ ਨੂੰ ਕਿਸੇ ਵੀ ਮੁੱਦਿਆਂ ਬਾਰੇ ਵਿਚਾਰ ਵਟਾਂਦਰੇ ਲਈ ਸਮਾਂ ਦੇਣਾ ਚਾਹੀਦਾ ਹੈ। ਇਹ ਕਰਮਚਾਰੀਆਂ ਦੀ ਉਤਪਾਦਕਤਾ ਨੂੰ ਵੱਡਾ ਫਰਕ ਪ੍ਰਦਾਨ ਕਰਨਾ ਪ੍ਰੇਰਿਤ ਕਰ ਸਕਦਾ ਹੈ। ਨੈਕਸਟ ਪੁਆਇੰਟ ਹੈ ਜੀ ਗਰੁੱਪ ਚੈਟ। 2018 ਸਮਾਰਟਫੋਨ ਦੀ ਮਲਕੀਅਤ ਯੂਕੇ ਵਿੱਚ ਬਾਲਗ ਆਬਾਦੀ ਦੇ 87% ਤੱਕ ਪਹੁੰਚ ਗਈ। ਵਟਸਐਪ ਜਾਂ ਸਲੈਕ ਵਰਗੇ ਐਪ ਤੁਹਾਡੀ ਟੀਮ ਲਈ ਪਰਦੇ ਦੇ ਪਿੱਛੇ ਸੰਚਾਰ ਕਰਨ ਦਾ ਇੱਕ ਵਧੀਆ ਢੰਗ ਹਨ। ਨਾਜ਼ੁਕ ਜਾਣਕਾਰੀ, ਪ੍ਰਸ਼ਨਾਂ, ਮੀਟਿੰਗਾਂ ਦਾ ਆਯੋਜਨ ਆਦਿ ਸੰਭਵ ਹੋ ਸਕਦਾ ਹੈ। ਜਿਵੇਂ ਕਿ ਅਸੀਂ ਅੱਜ ਦੇ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਕੋਵਿਡ-19 ਦੇ ਕਾਰਨ ਸਕੂਲ, ਕਾਲਜ ਜਾਂ ਹੋਰ ਦਫ਼ਤਰ ਬਹੁਤ ਘੱਟ ਓਪਨ ਹੁੰਦੇ ਨੇ ਅਤੇ ਇਸ ਸਮੇਂ ਵਟਸਐਪ, ਜ਼ੂਮ ਐਪ ਵਰਗੇ ਜਿਹੜੇ ਐਪ ਨੇ ਇਹਨਾਂ ਨੇ ਕੰਮ ਨੂੰ ਨਿਰੰਤਰ ਚਾਲੂ ਰੱਖਿਆ ਹੈ, ਜਿਸ ਦੇ ਨਾਲ ਇੱਕ ਟੀਚਰ ਆਪਣੇ ਸਟੂਡੈਂਟ ਦੇ ਨਾਲ ਪਹਿਲਾਂ ਦੀ ਤਰ੍ਹਾਂ ਹੀ ਅਟੈਚ ਹੈ, ਭਾਵ ਕਿ ਸਮਾਰਟਫੋਨ ਦੀ ਸਾਰਥਿਕ ਵਰਤੋਂ ਕਰਨੀ ਚਾਹੀਦੀ ਹੈ। ਅਗਲਾ ਪੁਆਇੰਟ ਹੈ ਜੀ ਫੀਡਬੈਕ। ਕਈ ਵਾਰ ਕਰਮਚਾਰੀਆਂ ਅਤੇ ਮਸਲਿਆਂ ਨੂੰ ਆਮੋ ਸਾਹਮਣੇ ਜਾਂ ਈਮੇਲ ਰਾਹੀਂ ਸੰਚਾਰਿਤ ਕਰਨ ਵਿੱਚ ਆਸਾਨ ਨਹੀਂ ਹੁੰਦੇ, ਇਸ ਲਈ ਇੱਕ ਪ੍ਰਕਿਰਿਆ ਸਥਾਪਿਤ ਕਰਨਾ ਜਿਸ ਨਾਲ ਕਰਮਚਾਰੀ ਆਪਸ ਵਿੱਚ ਸੰਚਾਰ ਦੀਆਂ ਲਾਈਨਾਂ ਨੂੰ ਖੁੱਲ੍ਹਾ ਰੱਖਣ ਵਿੱਚ ਸਹਾਇਤਾ ਕਰ ਸਕਦਾ ਹੈ। ਪ੍ਰਬੰਧਨ ਉਠਾਏ ਗਏ ਕਿਸੇ ਵੀ ਮੁੱਦੇ ਨੂੰ ਹੱਲ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਕਰਮਚਾਰੀ ਨੂੰ ਕੰਮ ਵਿੱਚ ਵਧੇਰੇ ਆਰਾਮ ਮਹਿਸੂਸ ਕਰਵਾਏਗਾ। ਇਹ ਆਨਲਾਈਨ ਜਾਂ ਆਫਲਾਈਨ ਫਾਰਮ ਪ੍ਰੋਸੈਸਿੰਗ ਪ੍ਰਕਿਰਿਆ ਸਮੇਤ ਤਰੀਕਿਆਂ ਦੁਆਰਾ ਕੀਤਾ ਜਾ ਸਕਦਾ ਹੈ। ਕਰਮਚਾਰੀ ਗੁਮਨਾਮ ਪੱਤਰ ਵੀ ਪੋਸਟ ਕਰ ਸਕਦਾ ਹੈ। ਇਸ ਦੇ ਨਾਲ ਇੱਕ ਵਧੀਆ ਫੀਡਬੈਕ ਮਿਲ ਸਕਦੀ ਹੈ ਸਮੇਂ-ਸਮੇਂ 'ਤੇ। ਨੈਕਸਟ ਹੈ ਜੀ ਆਰਗੇਨਾਈਜ਼ਡ ਟੀਮ ਇੰਪਲੋਏ ਸੋਸ਼ਲ ਇਵੈਂਟਸ। ਟੀਮ ਕਰਮਚਾਰੀ ਸਮਾਜਿਕ ਸਮਾਗਮਾਂ ਦਾ ਆਯੋਜਨ ਕਰਨਾ।
ਕੰਮ ਦੇ ਬਾਅਦ ਸਮਾਜਿਕ ਸਮਾਗਮ ਜਿਹੜੇ ਕਰਨੇ ਚਾਹੀਦੇ ਆ। ਪ੍ਰਾਹੁਣਾਚਾਰੀ ਉਦਯੋਗ ਵਿੱਚ ਕੰਮ ਕਰਨ ਦਾ ਮਤਲਬ ਹੈ ਤੁਹਾਨੂੰ ਆਪਣਾ ਪੈਸਾ ਖਰਚਣ ਲਈ ਬਾਹਰ ਜਾਣ ਦੀ ਜ਼ਰੂਰਤ ਨਹੀਂ। ਖੁਦ ਦੇ ਹੋਟਲ ਜਾਂ ਰੈਸਟੋਰੈਂਟ ਦੇ ਮਾਹੌਲ ਦਾ ਆਨੰਦ ਲਓ। ਇਹ ਸਟਾਫ ਦੇ ਕਰਮਚਾਰੀਆਂ ਨੂੰ ਵੱਖਰੇ ਵਿਭਾਗ ਤੋਂ ਦੂਜਿਆਂ ਨਾਲ ਗੱਲਬਾਤ ਕਰਨ, ਉਹਨਾਂ ਨੂੰ ਮਿਲਾਉਣ, ਵਪਾਰਿਕ ਬ੍ਰਾਂਡ ਨੂੰ ਵਧਾਉਣ ਅਤੇ ਹਰੇਕ ਨੂੰ ਸ਼ਾਮਲ ਕਰਨ ਦੇ ਯੋਗ ਬਣਾਏਗਾ। ਲਾਸਟ ਹੈ ਜੀ ਇੰਪਲੀਮੈਂਟ ਟੀਮ ਕਮਿਊਨੀਕੇਸ਼ਨ ਟੈਕਨੋਲੋਜੀ। ਟੀਮ ਸੰਚਾਰ ਟੈਕਨੋਲੋਜੀ ਨੂੰ ਲਾਗੂ ਕਰਨਾ। ਨਵੀਨਤਾਕਾਰੀ ਸੰਚਾਰ ਟੈਕਨੋਲੋਜੀ ਦੀ ਸ਼ੁਰੂਆਤ ਟੀਮ ਸੰਚਾਰ ਨੂੰ ਵਧਾਉਣ ਲਈ ਇੱਕ ਕੁਸ਼ਲ ਵਿਧੀ ਸਾਬਤ ਹੋਈ ਹੈ। ਹੈਡਸੈਟਸ, ਕਾਲ ਪੁਆਇੰਟਸ, ਕੀਪੈਡ, ਸਮਾਰਟਫੋਨ ਐਪਸ ਮਹਿਮਾਨਾਂ ਦੀ ਜਗ੍ਹਾ ਵਿੱਚ ਪੇਸ਼ ਕੀਤੀਆਂ ਜਾਣ ਵਾਲੀਆਂ ਕੁਝ ਤਕਨੀਕਾਂ ਹਨ। ਸਟਾਫ ਕਰਮਚਾਰੀਆਂ ਨੂੰ ਰੈਸਟੋਰੈਂਟ ਦੇ ਅੰਦਰ ਕਿਤੇ ਵੀ ਕਿਸੇ ਵੀ ਸਮੇਂ ਇੱਕ ਦੂਜੇ ਨਾਲ ਗੱਲਬਾਤ ਦੀ ਆਗਿਆ ਦਿੰਦਾ ਹੈ। ਇਹ ਵਿਸ਼ੇਸ਼ ਤੌਰ 'ਤੇ ਮਦਦਗਾਰ ਹੈ। ਕਿਸੇ ਵੀ ਸਥਾਨ ਤੋਂ ਗਾਹਕ ਫੋਨ ਕਾਲਾਂ ਦਾ ਉੱਤਰ ਦੇਣਾ ਜਾਂ ਗਾਹਕ ਪ੍ਰਸ਼ਨਾਂ ਨੂੰ ਖਾਸ ਵਿਭਾਗਾਂ ਵੱਲ ਭੇਜਣਾ ਪ੍ਰਾਹੁਣਾਚਾਰੀ ਦਾ ਉਦਯੋਗ ਟੀਮ ਸੰਚਾਰ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਇਹ ਉਤਪਾਦਕਤਾ, ਕਾਰੋਬਾਰ ਅਤੇ ਗਾਹਕ ਤਜਰਬੇ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਮਾਲੀਏ ਪ੍ਰਭਾਵਿਤ ਹੁੰਦੇ ਹਨ। ਸੋ ਇਹ ਸਾਰੇ ਹੀ ਪੁਆਇੰਟਸ ਜਿਹੜੇ ਨੇ ਹੌਸਪਿਟੈਲਿਟੀ ਇੰਡਸਟਰੀ ਦੇ ਵਿੱਚ ਜ਼ਰੂਰੀ ਹਨ ਇੱਕ ਚੰਗੇ ਸੰਚਾਰ ਦੇ ਲਈ, ਜਿਸ ਤਰ੍ਹਾਂ ਕਿ ਸਮੇਂ-ਸਮੇਂ 'ਤੇ ਆਪਣੇ ਕਰਮਚਾਰੀਆਂ ਦਾ ਮਨੋਬਲ ਵਧਾਉਣਾ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨਾ, ਗਰੁੱਪ ਚੈਟ ਕਰਨੀ, ਜਿਹੜੇ ਸਮਾਰਟਫੋਨ ਨੇ ਉਹਨਾਂ ਦੀ ਸਾਰਥਿਕ ਵਰਤੋਂ ਕਰਨੀ ਅਤੇ ਆਪਣੇ ਕਰਮਚਾਰੀਆਂ ਅਤੇ ਉਹਨਾਂ ਦੇ ਮਸਲਿਆਂ ਦੇ ਪ੍ਰਤੀ ਜਿਹੜਾ ਹੈ ਉਹ ਸਾਰਥਿਕ ਪੁਆਇੰਟ ਆਫ ਵਿਊ ਦੇਣਾ, ਇੱਕ ਅੱਛੀ ਫੀਡਬੈਕ ਜਿਹੜੀ ਹੈ ਉਹਦੀ ਕਦਰ ਕਰਨੀ ਅਤੇ ਸਮਾਜਿਕ ਸਮਾਗਮ ਜਿਹੜੇ ਹੈ ਉਹ ਕਰਾਉਣੇ ਤਾਂ ਕਿ ਹਰੇਕ ਦੇ ਨਾਲ ਜਿਹੜੀ ਇੰਟਰੈਕਸ਼ਨ ਹੋ ਸਕੇ ਅਤੇ ਜਿਹੜੇ ਵੀ ਨਵੀਂ ਟੈਕਨੋਲੋਜੀ ਹੈ ਉਹਨੂੰ ਸਮੇਂ-ਸਮੇਂ 'ਤੇ ਲਾਗੂ ਕਰਨਾ ਤਾਂ ਕਿ ਸਮੇਂ ਦੇ ਹਾਣ ਹੋ ਕੇ ਜਿਹੜਾ ਹੌਸਪਿਟੈਲਿਟੀ ਇੰਡਸਟਰੀ ਹੈ ਉਹ ਮੁਨਾਫੇ ਵੱਲ ਜਾ ਸਕੇ। ਮਹਿਮਾਨਾਂ ਨਾਲ ਜੇਕਰ ਚੰਗੀ ਤਰ੍ਹਾਂ ਗੱਲਬਾਤ ਨਹੀਂ ਹੋ ਸਕੇਗੀ ਤਾਂ ਇਸਦੇ ਨਤੀਜੇ ਵਜੋਂ ਸਟਾਫ ਮੈਂਬਰਾਂ ਵਿੱਚ ਵਿਸ਼ਵਾਸ ਦੀ ਕਮੀ ਆ ਸਕਦੀ ਹੈ। ਲਿਖਤੀ ਦਸਤਾਵੇਜ਼ ਜਿਵੇਂ ਕਿ ਈਮੇਲ, ਰਿਪੋਰਟਾਂ, ਹੋਰ ਜਮ੍ਹਾਂ ਪ੍ਰਕਿਰਿਆਵਾਂ 'ਤੇ ਕਾਰਵਾਈ ਕਰਨ ਵਿੱਚ ਅਸਫਲਤਾ ਮਿਲ ਸਕਦੀ ਹੈ। ਹੋਟਲ ਪ੍ਰਬੰਧਨ ਸੌਫਟਵੇਅਰ ਨੂੰ ਸਮਝਣ ਵਿੱਚ ਅਸਫਲ ਵਿਭਾਗ ਮੁਖੀ ਹੋਣ ਦੇ ਨਾਤੇ ਜੇਕਰ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਜਿਹੀਆਂ ਸਮੱਸਿਆਵਾਂ ਨੂੰ ਜਲਦੀ ਦੇਖਣ ਦੀ ਜ਼ਰੂਰਤ ਹੈ, ਕਿਉਂਕਿ ਇਹ ਇੱਕ ਗੰਭੀਰ ਮੁੱਦਾ ਬਣ ਸਕਦਾ ਹੈ। ਸੋ ਅਜਿਹੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਲਈ ਕੁਝ ਨੁਕਤਿਆਂ ਦੀ ਜ਼ਰੂਰਤ ਹੁੰਦੀ ਹੈ, ਜਿਵੇਂ ਕਿ ਸਭ ਤੋਂ ਪਹਿਲਾਂ ਕੰਡਕਟ ਸਟਾਫ ਟ੍ਰੇਨਿੰਗ, ਕਿ ਸਟਾਫ ਦੇ ਲਈ ਜਿਹੜੀ ਹੈ ਉਹ ਟ੍ਰੇਨਿੰਗ ਭਾਵ ਕਿ ਸਿਖਲਾਈ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ, ਕੰਡਕਟ ਕਰਨੀ ਚਾਹੀਦੀ ਹੈ। ਇੱਕ ਸੰਚਾਰ ਹੁਨਰ ਪ੍ਰੋਗਰਾਮ ਜੋ ਤੁਹਾਡੇ ਕਰਮਚਾਰੀ ਲਈ ਮਹੱਤਵਪੂਰਨ ਹਾਲਤਾਂ ਵਿੱਚ ਮਹਿਮਾਨਾਂ ਨਾਲ ਪ੍ਰਭਾਵਸ਼ਾਲੀ ਸੰਚਾਰ ਕਰਨ ਵਿੱਚ ਮਦਦਗਾਰ ਹੋਵੇਗਾ, ਜਿਵੇਂ ਕਿ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ, ਵਿਭਾਗਾਂ ਵਿੱਚ ਤਾਲਮੇਲ, ਮੀਨੂ, ਬਿੱਲ, ਰਿਪੋਰਟਾਂ ਅਤੇ ਹੋਰ ਹੋਟਲ ਪ੍ਰਕਿਰਿਆਵਾਂ ਵਰਗੇ ਦਸਤਾਵੇਜ਼ਾਂ ਵਿੱਚ ਸਹਾਇਤਾ। ਸਿਖਲਾਈ ਮਹੀਨੇ ਵਿੱਚ ਇੱਕ ਵਾਰ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕਰਮਚਾਰੀਆਂ ਨੂੰ ਆਪਣੇ ਸੰਚਾਰ ਹੁਨਰਾਂ ਵਿੱਚ ਸੁਧਾਰ ਕਰਨ ਦਾ ਮੌਕਾ ਮਿਲ ਸਕੇ। ਆਪਣੇ ਹੋਟਲ ਸਟਾਫ ਨੂੰ ਇੱਕ ਦੂਜੇ ਨਾਲ ਇੰਗਲਿਸ਼ ਵਿੱਚ ਗੱਲਬਾਤ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ, ਕਿਉਂਕਿ ਇੰਗਲਿਸ਼ ਇੰਟਰਨੈਸ਼ਨਲ ਲੈਂਗੁਏਜ ਹੈ ਜੋ ਕਿ ਵਿਦੇਸ਼ੀ ਸੈਲਾਨੀਆਂ ਨੂੰ ਤੁਹਾਡੇ ਹੋਟਲ ਵਿੱਚ ਆਉਣ ਦੇ ਲਈ ਪ੍ਰੇਰਿਤ ਕਰੇਗੀ। ਨੈਕਸਟ ਹੈ ਜੀ ਲਿਸਨ ਟੂ ਯੂਅਰ ਇੰਪਲੋਈਜ਼, ਆਪਣੇ ਕਰਮਚਾਰੀਆਂ ਨੂੰ ਸੁਣਨਾ। ਸਫਲ ਸੰਚਾਰ ਦੋ ਪੱਖੀ ਪ੍ਰਕਿਰਿਆ ਹੈ, ਜਿਸ ਲਈ ਪ੍ਰਬੰਧਨ ਨੂੰ ਸਮੇਂ-ਸਮੇਂ 'ਤੇ ਆਪਣੇ ਸਟਾਫ ਮੈਂਬਰਾਂ ਦੇ ਵਿਚਾਰਾਂ ਨੂੰ ਸੁਣਨਾ ਅਤੇ ਸਮਝਣਾ ਚਾਹੀਦਾ ਹੈ। ਕਰਮਚਾਰੀ ਹੀ ਮਹਿਮਾਨਾਂ ਨਾਲ ਸਿੱਧੇ ਦਿਨ ਪ੍ਰਤੀ ਦਿਨ ਦੇ ਆਧਾਰ 'ਤੇ ਪੇਸ਼ ਆਉਂਦੇ ਹਨ। ਜੇਕਰ ਉਹਨਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹਨਾਂ ਕੋਲ ਬਿਹਤਰ ਗਾਹਕ ਸੇਵਾ ਜਾਂ ਹੋਟਲ ਕਾਰਜਾਂ ਨੂੰ ਸੁਧਾਰਨ ਬਾਰੇ ਵਿਚਾਰ ਹੋ ਸਕਦੇ ਹਨ। ਫੀਡਬੈਕ ਸੈਸ਼ਨਾਂ ਦਾ ਆਯੋਜਨ ਕਰਨਾ ਚਾਹੀਦਾ ਹੈ, ਜਾਣਕਾਰੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਉਚਿਤ ਇਨਾਮ ਦੇਣਾ ਚਾਹੀਦਾ ਹੈ। ਹੋਟਲ ਸਟਾਫ ਨੂੰ ਹੋਟਲ ਦਾ ਕਾਰੋਬਾਰ ਲੈਣ ਵਿੱਚ ਮਦਦ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਟ੍ਰੇਨ ਯੂਅਰ ਸਟਾਫ ਔਨ ਅਟੈਂਡਿੰਗ ਟੂ ਗੈਸਟ, ਆਪਣੇ ਜਿਹੜੇ
ਕਰਮਚਾਰੀ ਨੇ ਆਪਣਾ ਸਟਾਫ ਹੈ ਉਸ ਨੂੰ ਮਹਿਮਾਨਾਂ ਨੂੰ ਅਟੈਂਡ ਕਰਨ ਦੀ ਸਿਖਲਾਈ ਦੇਣੀ ਚਾਹੀਦੀ ਹੈ। ਤੁਹਾਡੇ ਕਰਮਚਾਰੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਮਹਿਮਾਨਾਂ ਨਾਲ ਚੰਗੀ ਤਰ੍ਹਾਂ ਗੱਲਬਾਤ ਕਿਵੇਂ ਕਰਨੀ ਹੈ। ਜਦੋਂ ਤੁਹਾਡਾ ਹੋਟਲ ਸਮੀਖਿਆ ਰਾਹੀਂ ਜ਼ਬਾਨੀ ਜਾਂ ਲਿਖਤ ਰੂਪ ਵਿੱਚ ਮਹਿਮਾਨਾਂ ਤੋਂ ਸ਼ਿਕਾਇਤ ਪ੍ਰਾਪਤ ਕਰ ਸਕਦਾ ਹੈ, ਇਹਨਾਂ ਮਾਮਲਿਆਂ ਨੂੰ ਸੁਲਝਾਉਣ ਲਈ ਇੰਚਾਰਜ ਵਿਅਕਤੀ ਨੂੰ ਚੰਗੀ ਤਰ੍ਹਾਂ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਇਸ ਮੁੱਦੇ ਨੂੰ ਨਜ਼ਰਅੰਦਾਜ਼ ਕਰਨ ਜਾਂ ਇਸ ਨੂੰ ਰੱਦ ਕਰਨ ਦੀ ਬਜਾਏ ਸਮਝਦਾਰੀ ਅਤੇ ਸੂਝ-ਬੂਝ ਨਾਲ ਚਲਾਇਆ ਜਾ ਸਕੇ। ਜੇਕਰ ਸਟਾਫ ਵਿੱਚ ਚੰਗੀ ਗੱਲਬਾਤ ਅਤੇ ਵਿਵਹਾਰ ਵਿੱਚ ਕੁਸ਼ਲਤਾ ਹੈ ਤਾਂ ਜ਼ਰੂਰੀ ਮਾਮਲਿਆਂ ਨੂੰ ਆਸਾਨੀ ਨਾਲ ਸੰਭਾਲਿਆ ਜਾ ਸਕਦਾ ਹੈ। ਦ ਮਿਰਰ ਟੈਕਨੀਕ ਸਫਲ ਸੰਚਾਰ ਦਾ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਮਹਿਮਾਨ ਦੀ ਆਪਣੀ ਸੰਚਾਰ ਸ਼ੈਲੀ ਦੀ ਪਾਲਣਾ ਕਰਨਾ ਅਤੇ ਉਸ ਅਨੁਸਾਰ ਜਵਾਬ ਦੇਣਾ। ਜਦੋਂ ਤੁਸੀਂ ਕਿਸੇ ਮਹਿਮਾਨ ਨਾਲ ਪੇਸ਼ਕਾਰੀ ਕਰ ਰਹੇ ਹੋ ਤਾਂ ਮਹਿਮਾਨ ਦੀ ਪਸੰਦ ਨੂੰ ਤਵੱਜੋ ਦਿਓ। ਤੁਸੀਂ ਮਹਿਮਾਨ ਨੂੰ ਕਿਵੇਂ ਸੰਬੋਧਿਤ ਕਰਦੇ ਹੋ ਜਾਂ ਸ਼ਿਕਾਇਤਾਂ ਨਾਲ ਕਿਵੇਂ ਨਜਿੱਠਦੇ ਹੋ, ਇਹ ਤੁਹਾਡੇ ਹੁਨਰ 'ਤੇ ਨਿਰਭਰ ਕਰਦਾ ਹੈ। ਸੋ ਇਹ ਸਾਰੇ ਪੁਆਇੰਟ ਹੈ ਜਿਹੜੇ ਇਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਕਿ ਆਪਣੇ ਸਟਾਫ ਦੇ ਲਈ ਜਿਹੜੀ ਹੈ ਸਿਖਲਾਈ ਦੀ ਵਿਵਸਥਾ ਕਰਨੀ ਚਾਹੀਦੀ ਹੈ ਤਾਂ ਕਿ ਉਹ ਸਮੇਂ-ਸਮੇਂ 'ਤੇ ਜਿਹੜੀਆਂ ਨਵੀਆਂ ਤਕਨੀਕਾਂ ਨੇ ਉਹ ਸਿੱਖ ਸਕਣ ਅਤੇ ਉਹਨਾਂ ਦੀ ਵਰਤੋਂ ਕਰ ਸਕਣ। ਅਤੇ ਆਪਣੇ ਕਰਮਚਾਰੀਆਂ ਨੂੰ ਤੁਹਾਨੂੰ ਸੁਣਨਾ ਚਾਹੀਦਾ ਹੈ, ਬੜੇ ਹੀ ਧਿਆਨ ਦੇ ਨਾਲ ਉਹਨਾਂ ਦੇ ਵਿਚਾਰਾਂ ਦੀ ਕਦਰ ਕਰਨੀ ਚਾਹੀਦੀ ਹੈ। ਅਤੇ ਪ੍ਰਾਹੁਣਾਚਾਰੀ ਉਦਯੋਗ ਵਿੱਚ ਕਿਵੇਂ ਸੈਲਾਨੀਆਂ ਨੂੰ ਮਹਿਮਾਨਾਂ ਨੂੰ ਅਟੈਂਡ ਕਰਨਾ ਹੈ, ਇਹ ਸਟਾਫ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਟਾਫ ਕਰਮਚਾਰੀ ਹੈ ਜਿਹੜੇ ਉਹਨਾਂ ਨੂੰ ਮਹਿਮਾਨਾਂ ਨੂੰ ਕਿਵੇਂ ਸੰਬੋਧਿਤ ਕਰਨਾ ਹੈ, ਕਿਵੇਂ ਉਹਨਾਂ ਦੀਆਂ ਸ਼ਿਕਾਇਤਾਂ ਨੂੰ ਸੁਣਨਾ ਹੈ, ਨਜਿੱਠਣਾ ਹੈ, ਇਹ ਸਾਰਾ ਕੁਝ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਕਿਸੇ ਵੇਲੇ ਕਸਟਮਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਵੀ ਹੋ ਸਕਦਾ ਹੈ, ਭੜਕਿਆ ਹੋਇਆ ਹੋ ਸਕਦਾ ਹੈ। ਤਾਂ ਅਜਿਹੇ ਵਿੱਚ ਕਰਮਚਾਰੀ ਨੂੰ ਵੀ ਗੁੱਸੇ ਵਿੱਚ ਨਹੀਂ ਹੋਣਾ ਚਾਹੀਦਾ ਬਲਕਿ ਉਹਨੂੰ ਬੜੇ ਹੀ ਸ਼ਾਂਤ ਅਤੇ ਨਿਮਰ ਤਰੀਕੇ ਦੇ ਨਾਲ ਸੰਜਮ ਦੇ ਨਾਲ ਜਿਹੜੀ ਹੈ ਉਹ ਗਾਹਕ ਦੇ ਨਾਲ ਪੇਸ਼ਕਾਰੀ ਕਰਨੀ ਚਾਹੀਦੀ ਹੈ ਤਾਂ ਕਿ ਮਸਲੇ ਨੂੰ ਹੱਲ ਕੀਤਾ ਜਾ ਸਕੇ ਅਤੇ ਬਾਕੀ ਗਾਹਕਾਂ ਉੱਪਰ ਇਸ ਗੱਲ ਦਾ ਕੋਈ ਵੀ ਪ੍ਰਭਾਵ ਨਾ ਪੈ ਸਕੇ। ਰਿਜ਼ਲਟ ਆਫ ਗ੍ਰੇਟ ਕਮਿਊਨੀਕੇਸ਼ਨ ਸਕਿੱਲਸ ਯਾਨੀ ਕਿ ਮਹਾਨ ਸੰਚਾਰ ਹੁਨਰ ਦੇ ਨਤੀਜੇ ਕੀ ਹੋ ਸਕਦੇ ਨੇ। ਮਹਾਨ ਸੰਚਾਰ ਹੁਨਰ ਦੇ ਨਤੀਜੇ ਜੇਕਰ ਅਸੀਂ ਅੱਛੇ ਤਰੀਕੇ ਦੇ ਨਾਲ ਕਿਸੇ ਦੇ ਨਾਲ ਡੀਲ ਕਰਦੇ ਹਾਂ ਤਾਂ ਉਸ ਦਾ ਰਿਜ਼ਲਟ ਇਹੀ ਹੋਏਗਾ ਕਿ ਸਾਨੂੰ ਆਪਣੇ ਕੰਮ ਵਿੱਚ ਸਫਲਤਾ ਮਿਲ ਸਕਦੀ ਹੈ। ਪਹਿਲਾ ਪੁਆਇੰਟ ਹੈ ਜੀ ਬਿਹਤਰ ਗਾਹਕ ਸੇਵਾ ਕਿ ਅਸੀਂ ਅਗਰ ਚੰਗੇ ਤਰੀਕੇ ਦੇ ਨਾਲ ਕਮਿਊਨੀਕੇਟ ਕਰਦੇ ਹਾਂ ਆਪਣੇ ਕਸਟਮਰ ਦੇ ਨਾਲ ਤਾਂ ਜਿਹੜੀ ਗਾਹਕ ਸੇਵਾ ਹੈ ਉਹ ਵਧੀਆ ਹੋ ਸਕਦੀ ਹੈ। ਸਟਾਫ ਮੈਂਬਰਾਂ ਵਿੱਚ ਸੁਪਰਵਾਈਜ਼ਰ ਦੀਆਂ ਸ਼ਿਕਾਇਤਾਂ ਜਾਂ ਹਦਾਇਤਾਂ ਦੀ ਬਿਹਤਰ ਸਮਝ। ਸਟਾਫ ਮੈਂਬਰ ਜਿਹੜੇ ਹੁੰਦੇ ਨੇ, ਕਰਮਚਾਰੀ ਹੁੰਦੇ ਨੇ, ਜਦੋਂ ਉਹਨਾਂ ਦਾ ਹੈੱਡ ਭਾਵ ਕਿ ਸੁਪਰਵਾਈਜ਼ਰ ਉਹਨਾਂ ਨੂੰ ਹਦਾਇਤਾਂ ਦਿੰਦਾ ਹੈ ਜਾਂ ਕੋਈ ਸ਼ਿਕਾਇਤ ਕਰਦਾ ਹੈ ਤਾਂ ਉਸ ਦੀ ਸਮਝ ਹੋਣੀ ਚਾਹੀਦੀ ਹੈ। ਉਸ ਦੇ ਨਾਲ ਵਾਦ ਵਿਵਾਦ ਨਹੀਂ ਕਰਨਾ ਚਾਹੀਦਾ ਬਲਕਿ ਅੱਛੇ ਤਰੀਕੇ ਦੇ ਨਾਲ ਡੀਲਿੰਗ ਕਰਨੀ ਚਾਹੀਦੀ ਹੈ। ਹੋਟਲਸ ਦੁਆਰਾ ਵਰਤੀ ਗਈ ਨਵੀਨਤਮ ਟੈਕਨੋਲੋਜੀ ਦੀ ਮਹਾਨ ਸਮਝ। ਸਮੇਂ-ਸਮੇਂ 'ਤੇ ਜੋ ਵੀ ਨਵੀਆਂ ਤਕਨੀਕਾਂ ਆਉਂਦੀਆਂ ਨੇ, ਟੈਕਨੋਲੋਜੀ ਆਉਂਦੀ ਹੈ, ਕਰਮਚਾਰੀਆਂ ਦੁਆਰਾ ਉਹਨਾਂ ਨੂੰ ਵਰਤੋਂ ਕਰਨੀ ਆਉਣੀ ਚਾਹੀਦੀ ਹੈ। ਇਸ ਦੇ ਨਾਲ ਕੰਮ ਜਿਹੜਾ ਆਸਾਨ ਹੋ ਸਕਦਾ ਹੈ। ਕੰਮ ਦੇ ਸਥਾਨ ਪ੍ਰਤੀ ਸਕਾਰਾਤਮਕ ਰਵੱਈਆ। ਕੰਮ ਦਾ ਜਿਹੜਾ ਸਥਾਨ ਹੈ ਉੱਥੇ ਬਹੁਤ ਸਾਰੀਆਂ ਪ੍ਰੋਬਲਮਸ ਵੀ ਆ ਸਕਦੀਆਂ ਨੇ ਪਰ ਉਹਨਾਂ ਨੂੰ ਫੇਸ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਕਰਮਚਾਰੀ ਨੂੰ ਆਉਣਾ ਚਾਹੀਦਾ ਹੈ ਕਿ ਹਰ ਪ੍ਰੋਬਲਮ ਵਿੱਚ ਵੀ ਉਸ ਨੂੰ ਆਪਣਾ ਪੋਜ਼ੀਟਿਵ ਥਿੰਕਿੰਗ ਬਣਾਈ ਰੱਖਣੀ ਚਾਹੀਦੀ ਹੈ ਜੋ ਕਿ ਉਸ ਦੇ ਊਰਜਾ ਨੂੰ ਵਿਅਰਥ ਨਹੀਂ ਜਾਣ ਦੇਗੀ ਬਲਕਿ ਪੋਜ਼ੀਟਿਵ ਥਿੰਕਿੰਗ ਦੇ ਕਾਰਨ ਉਹ ਮੁਸ਼ਕਲ ਹਾਲਾਤ ਵਿੱਚੋਂ ਵੀ ਬੜੀ ਆਸਾਨੀ ਦੇ ਨਾਲ ਬਾਹਰ ਆ ਸਕਦਾ ਹੈ। ਅਤੇ ਵਿਭਾਗ ਦੇ ਮੁਖੀਆਂ ਦਰਮਿਆਨ ਉੱਚ ਪੱਧਰੀ ਸਮਝ ਅਤੇ ਇਸ ਦੇ ਨਾਲ ਹੀ ਜਿਹੜਾ ਕਰਮਚਾਰੀ ਦਾ ਆਪਣੇ ਹੈੱਡ ਪ੍ਰਤੀ ਰਵੱਈਆ ਹੈ ਉਹਦੀ ਉਸਨੂੰ ਉੱਚ ਪੱਧਰੀ ਸਮਝ ਆ ਸਕਦੀ ਹੈ। ਪ੍ਰਭਾਵਸ਼ਾਲੀ ਸੰਚਾਰ ਹੁਨਰ ਇੱਕ ਸਿੱਖੀ ਕਲਾ ਹੈ ਨਾ ਕਿ ਕੁਦਰਤੀ ਹੁਨਰ। ਇਸ ਲਈ ਇਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਸੰਬੰਧਿਤ ਹੁਨਰ ਵਿਕਸਿਤ ਨਹੀਂ ਕੀਤੇ ਜਾ ਸਕਦੇ। ਹੋਟਲਾਂ ਨੂੰ ਸੰਚਾਰ ਹੁਨਰਾਂ ਦੇ ਸਿਖਲਾਈ ਕੋਰਸ ਪ੍ਰਦਾਨ ਕਰਨ 'ਤੇ ਜ਼ੋਰ ਦੇਣਾ ਚਾਹੀਦਾ ਹੈ ਜੋ ਕਿ ਸੰਚਾਰ ਤਕਨੀਕਾਂ ਤੋਂ ਲੈ ਕੇ ਐਡਵਾਂਸਡ ਇੰਪੈਥੀ ਕੌਸ਼ਲ ਪ੍ਰੋਗਰਾਮ ਤੱਕ ਹਰ ਚੀਜ਼ ਨੂੰ ਕਵਰ ਕਰਦੇ ਹਨ।
ਤੇ ਅੱਗੇ ਗੱਲ ਕਰਦੇ ਹਾਂ ਜੀ ਸਟ੍ਰੈਟਜੀਜ਼ ਫॉर ਇਫੈਕਟਿਵ ਕਮਿਊਨੀਕੇਸ਼ਨ, ਯਾਨੀ ਕਿ ਪ੍ਰਭਾਵਸ਼ਾਲੀ ਸੰਚਾਰ ਲਈ ਰਣਨੀਤੀਆਂ ਕਿਹੜੀਆਂ-ਕਿਹੜੀਆਂ ਹੋਣੀਆਂ ਚਾਹੀਦੀਆਂ ਨੇ, ਜਿਨ੍ਹਾਂ ਨੂੰ ਅਪਣਾ ਕੇ ਇੱਕ ਪ੍ਰਭਾਵਸ਼ਾਲੀ ਸੰਚਾਰ ਜਿਹੜਾ ਪੈਦਾ ਕੀਤਾ ਜਾ ਸਕਦਾ ਹੈ। ਫਸਟ ਪੁਆਇੰਟ ਹੈ ਜੀ ਫਸਟ ਇੰਪ੍ਰੈਸ਼ਨ। ਜਿਸ ਤਰ੍ਹਾਂ ਕਿ ਪਹਿਲਾਂ ਵੀ ਤੁਸੀਂ ਸੁਣਿਆ ਹੋਏਗਾ ਕਿ ਫਸਟ ਇੰਪ੍ਰੈਸ਼ਨ ਇਜ਼ ਦਾ ਬੈਸਟ ਇੰਪ੍ਰੈਸ਼ਨ ਜਾਂ ਲਾਸਟ ਇੰਪ੍ਰੈਸ਼ਨ। ਸੋ ਜਿਹੜਾ ਪਹਿਲਾ ਪ੍ਰਭਾਵ ਹੈ ਉਹ ਬਹੁਤ ਹੀ ਵਧੀਆ ਹੋਣਾ ਚਾਹੀਦਾ ਹੈ। ਜਦੋਂ ਵੀ ਕੋਈ ਕਸਟਮਰ ਤੁਹਾਡੇ ਰੈਸਟੋਰੈਂਟ ਜਾਂ ਹੋਟਲ ਵਿੱਚ ਆਉਂਦਾ ਹੈ ਤਾਂ ਉਸ ਦਾ ਹੱਸ ਕੇ ਸਵਾਗਤ ਕਰਨਾ ਚਾਹੀਦਾ ਹੈ। ਉਸ ਨੂੰ ਬਾਕੀ ਸੇਵਾਵਾਂ ਦੇਣੀਆਂ ਬਾਅਦ ਵਿੱਚ ਦੀ ਗੱਲ ਹੈ, ਪਹਿਲਾਂ ਉਸ ਦਾ ਵੈਲਕਮ ਅੱਛੇ ਤਰੀਕੇ ਦੇ ਨਾਲ ਕਰਨਾ ਚਾਹੀਦਾ ਹੈ, ਕਿਉਂਕਿ ਇਹੀ ਜਿਹੜੀ ਸ਼ਿਸ਼ਟਾਚਾਰ ਦੀ ਜਿਹੜੀ ਦਿੱਖ ਹੈਗੀ ਹੈ ਉਹ ਮਹਿਮਾਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਨੌਨ ਵਰਬਲ ਕਮਿਊਨੀਕੇਸ਼ਨ ਭਾਵ ਕਿ ਗੈਰ ਜ਼ਬਾਨੀ ਸੰਚਾਰ ਇੱਕ ਬਹੁਤ ਹੀ ਅਹਿਮ ਹੁੰਦਾ ਹੈ। ਗੈਰ ਜ਼ਬਾਨੀ ਸੰਚਾਰ ਕਿ ਜਦੋਂ ਕੋਈ ਕਸਟਮਰ ਤੁਹਾਡੇ ਨਾਲ ਗੱਲ ਕਰਦਾ ਹੈ ਤਾਂ ਤੁਸੀਂ ਅੱਖਾਂ ਦੇ ਨਾਲ ਉਸ ਦੇ ਨਾਲ ਸੰਪਰਕ ਬਣਾ ਕੇ ਰੱਖਣਾ ਹੈ, ਧਿਆਨ ਦੇਣਾ ਹੈ ਕਿ ਜਦੋਂ ਗੱਲ ਕਰ ਰਿਹਾ ਹੈ ਤਾਂ ਤੁਹਾਡੇ ਸਰੀਰ ਦੀ ਕੀ ਸਥਿਤੀ ਹੈ, ਤੁਹਾਡੀ ਵਿਅਕਤੀ ਤੋਂ ਦੂਰੀ ਕਿੰਨੀ ਕੁ ਹੈ, ਅਤੇ ਮਤਲਬ ਕਿ ਉਸ ਦੇ ਨਾਲ ਜਿਹੜਾ ਹੈਗਾ ਤੁਹਾਡਾ ਆਈ ਕੰਟੈਕਟ ਹੋਣਾ ਚਾਹੀਦਾ। ਉਸ ਨੂੰ ਲੱਗੇ ਕਿ ਮੈਨੂੰ ਜਿਹੜਾ ਹੈਗਾ ਵਾ ਬੜੇ ਹੀ ਧਿਆਨ ਦੇ ਨਾਲ ਸੁਣਿਆ ਜਾ ਰਿਹਾ ਹੈ ਅਤੇ ਸਮਝਿਆ ਜਾ ਰਿਹਾ ਹੈ। ਸ਼ੋ ਰਿਸਪੈਕਟ ਇੱਕ ਜਿਹੜਾ ਕਰਮਚਾਰੀ ਹੈ ਉਸ ਨੂੰ ਆਪਣੇ ਬਾਕੀ ਦੇ ਕਰਮਚਾਰੀਆਂ ਦੇ ਨਾਲ ਵੀ ਜਿਹੜਾ ਹੈ ਰਿਸਪੈਕਟ ਸ਼ੋ ਕਰਨੀ ਚਾਹੀਦੀ ਹੈ ਅਤੇ ਆਪਣੇ ਕਸਟਮਰਾਂ ਦੀ ਵੀ ਗੱਲ ਬੜੇ ਧਿਆਨ ਦੇ ਨਾਲ ਸੁਣਨੀ ਚਾਹੀਦੀ ਹੈ। ਉਹਨਾਂ ਦੇ ਨਾਲ ਵੀ ਬੜੇ ਹੀ ਆਦਰ ਭਰੇ ਤਰੀਕੇ ਦੇ ਨਾਲ ਪੇਸ਼ ਆਉਣਾ ਚਾਹੀਦਾ ਹੈ। ਲਿਸਨਿੰਗ ਸਕਿੱਲਸ ਕਰਮਚਾਰੀ ਦੇ ਵਿੱਚ ਜਿਹੜੀ ਹੈ ਸੁਣਨ ਦਾ ਗੁਣ ਹੋਣਾ ਚਾਹੀਦਾ ਹੈ ਕਿ ਇੱਕ ਕਸਟਮਰ ਦੀ ਗੱਲ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹਨੇ ਸੁਣਨਾ ਹੈ, ਸਮਝਣਾ ਹੈ ਅਤੇ ਉਸ ਦੀ ਪ੍ਰੋਬਲਮ ਨੂੰ ਸੋਲਵ ਕਰਨਾ ਹੈ। ਐਕਟਿਵ ਲਿਸਨਿੰਗ ਦੇ ਵਿੱਚ ਹੈ ਕਿ ਚੁਸਤ ਹੋ ਕੇ ਹਮੇਸ਼ਾ ਐਕਟਿਵ ਹੋ ਕੇ ਜਿਹੜਾ ਹੈ ਕੰਮ ਕਰਨਾ, ਗੱਲ ਸੁਣਨਾ। ਭਾਵ ਕਿ ਜਦੋਂ ਇੱਕ ਕਸਟਮਰ ਆ ਕਿਸੇ ਚੀਜ਼ ਦਾ ਆਰਡਰ ਦਿੰਦਾ ਹੈ ਤਾਂ ਜਿਹੜਾ ਕਰਮਚਾਰੀ ਹੈ ਉਸ ਨੂੰ ਉਸ ਦੀ ਪਸੰਦ ਨਾਪਸੰਦ ਉਸ ਦਾ ਆਰਡਰ ਸਭ ਕੁਛ ਯਾਦ ਹੋਣਾ ਚਾਹੀਦਾ ਹੈ। ਇਹ ਨਹੀਂ ਹੈ ਕਿ ਉਸ ਦਾ ਆਰਡਰ ਜਿਹੜਾ ਹੈ ਦੂਸਰੇ ਟੇਬਲ 'ਤੇ ਗਲਤੀ ਦੇ ਨਾਲ ਪਹੁੰਚਾ ਦਿੱਤਾ ਜਾਵੇ। ਇਹ ਜਿਹੜੀ ਗੱਲ ਹੈ ਉਹ ਕਸਟਮਰ ਨੂੰ ਪਸੰਦ ਨਹੀਂ ਆਏਗੀ, ਜੋ ਕਿ ਤੁਹਾਡੇ ਲਈ ਇੱਕ ਵੀਕ ਪੁਆਇੰਟ ਸਾਬਤ ਹੋ ਸਕਦਾ ਹੈ। ਅਦਰ ਲੈਂਗੁਏਜਸ ਐਂਡ ਕਲਚਰਸ ਇੱਕ ਕਰਮਚਾਰੀ ਜਿਹੜਾ ਹੈ ਹੋਟਲ ਇੰਡਸਟਰੀ ਦਾ ਉਸ ਨੂੰ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਹੈ ਵੱਧ ਤੋਂ ਵੱਧ, ਅਤੇ ਨਾਲ ਹੀ ਵਿਭਿੰਨ ਜਿਹੜੇ ਸੱਭਿਆਚਾਰ ਹੈ ਉਹਨਾਂ ਦਾ ਗਿਆਨ ਹੋਣਾ ਚਾਹੀਦਾ ਹੈ। ਜ਼ਰੂਰੀ ਨਹੀਂ ਹੈ ਕਿ ਤੁਹਾਡੇ ਨਾਲ ਡੀਲ ਕਰਨ ਵਾਲੇ ਜਾਂ ਤੁਹਾਡੇ ਹੋਟਲ ਰੈਸਟੋਰੈਂਟ ਵਿੱਚ ਆਉਣ ਵਾਲੇ ਜਿਹੜੇ ਕਸਟਮਰ ਨੇ ਉਹ ਬਹੁਤੇ ਪੜ੍ਹੇ ਲਿਖੇ ਹੋਣ, ਉਹ ਘੱਟ ਪੜ੍ਹੇ ਲਿਖੇ ਵੀ ਹੋ ਸਕਦੇ ਨੇ, ਪਰ ਤੁਹਾਨੂੰ ਆਪਣੇ ਹਰੇਕ ਤਰ੍ਹਾਂ ਦੇ ਕਸਟਮਰ ਦੇ ਨਾਲ ਡੀਲ ਕਰਨਾ ਆਉਣਾ ਚਾਹੀਦਾ ਹੈ। ਇਸ ਦੇ ਲਈ ਤੁਹਾਨੂੰ ਵਿਭਿੰਨ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਹੈ। ਅਤੇ ਜਿਸ ਤਰ੍ਹਾਂ ਕਿ ਭਾਰਤ ਨੂੰ ਵਿਭਿੰਨਤਾਵਾਂ ਦਾ ਦੇਸ਼ ਕਿਹਾ ਜਾਂਦਾ ਹੈ, ਇੱਥੇ ਵੱਖਰੇ ਵੱਖਰੇ ਧਰਮਾਂ, ਜਾਤਾਂ, ਨਸਲਾਂ ਅਤੇ ਸੱਭਿਆਚਾਰਾਂ ਦੇ ਲੋਕ ਰਹਿੰਦੇ ਨੇ। ਇਸ ਕਰਕੇ ਤੁਹਾਡੇ ਹੋਟਲ ਜਾਂ ਰੈਸਟੋਰੈਂਟ ਵਿੱਚ ਭਾਰਤ ਦੇ ਕਿਸੇ ਵੀ ਸਟੇਟ ਤੋਂ ਕਸਟਮਰ ਆ ਸਕਦੇ ਨੇ ਅਤੇ ਤੁਹਾਨੂੰ ਚਾਹੀਦਾ ਹੈ ਕਿ ਵੱਖਰੇ ਵੱਖਰੇ ਕਲਚਰ ਨੂੰ ਕਿਸ ਤਰ੍ਹਾਂ ਪ੍ਰੈਜੈਂਟ ਕਰਨਾ ਹੈ, ਉਹਦੇ ਅਕੋਰਡਿੰਗ ਜਿਹੜੀ ਕਸਟਮਰ ਦੇ ਨਾਲ ਕਿਸ ਤਰ੍ਹਾਂ ਡੀਲ ਕਰਨੀ, ਸਾਰਾ ਕੁਛ ਆਉਣਾ ਹੋਣਾ ਚਾਹੀਦਾ ਹੈ। ਕਮਿਊਨੀਕੇਟਿੰਗ ਇਨ ਏ ਨੋਇਜ਼ੀ ਇਨਵਾਇਰਮੈਂਟ ਕਿ ਅਜਿਹੇ ਜਿਹੜਾ ਵਾਤਾਵਰਨ ਵਿੱਚ ਕੰਮ ਕਰਨਾ ਜਿੱਥੇ ਕਿ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਹੋਵੇ, ਬਹੁਤ ਜ਼ਿਆਦਾ ਰੌਲਾ ਹੋਵੇ, ਕਿ ਕਿਸ ਤਰੀਕੇ ਦੇ ਨਾਲ ਤੁਹਾਨੂੰ ਉੱਥੇ ਕਮਿਊਨੀਕੇਟ ਕਰਨਾ ਚਾਹੀਦਾ। ਭਾਵ ਕਿ ਸ਼ਾਂਤ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਚਾਹੀਦਾ ਹੈ, ਅਤੇ ਜਿੱਥੇ ਕਸਟਮਰ ਜਿਹੜਾ ਹੈ ਉਹ ਥੋੜ੍ਹਾ ਗਰਮ ਹੋ ਜਾਂਦਾ ਹੈ ਅਤੇ ਉਸ ਨੂੰ ਕਿਸ ਤਰੀਕੇ ਦੇ ਨਾਲ ਸ਼ਾਂਤ ਕਰਨਾ ਹੈ, ਇਹ ਇੱਕ ਚੰਗੇ ਕਰਮਚਾਰੀ ਨੂੰ ਆਉਣਾ ਹੋਣਾ ਚਾਹੀਦਾ ਹੈ। ਮੇਕਿੰਗ ਔਰਲ ਰਿਪੋਰਟਸ ਕਿ ਕਿਸ ਤਰੀਕੇ ਦੇ ਨਾਲ ਮੌਖਿਕ ਰਿਪੋਰਟਾਂ ਜਿਹੜੀਆਂ ਹੈ ਤਿਆਰ ਕਰਨੀਆਂ ਹੈ। ਤੁਹਾਨੂੰ ਦੂਜੇ ਸਟਾਫ ਜਿਵੇਂ ਕਿ ਕਾਰਜਕਾਰੀ ਸ਼ੈਫ ਜਾਂ ਰੈਸਟੋਰੈਂਟ ਮੈਨੇਜਰ ਨੂੰ ਜ਼ੁਬਾਨੀ ਰਿਪੋਰਟਾਂ ਕਰਨ ਦੀ ਜ਼ਰੂਰਤ ਹੋਏਗੀ, ਜਿਵੇਂ ਕਿ ਤੁਹਾਨੂੰ ਕੁਝ ਉਪਕਰਨਾਂ ਦੀ ਸਥਿਤੀ ਬਾਰੇ ਜਾਣਕਾਰੀ ਦੇਣੀ ਪੈ ਸਕਦੀ ਹੈ ਜਾਂ ਕਿਸੇ ਰੈਸਟੋਰੈਂਟ ਸਪਲਾਇਰ ਨਾਲ ਸਮੱਸਿਆਵਾਂ ਬਾਰੇ
ਆਪਣੇ ਕੰਮਾਂ ਬਾਰੇ ਦੱਸਣਾ ਪੈ ਸਕਦਾ ਹੈ। ਤੁਹਾਨੂੰ ਉਹਨਾਂ ਲੋਕਾਂ ਨੂੰ ਜ਼ੁਬਾਨੀ ਰਿਪੋਰਟਾਂ ਵੀ ਕਰਨ ਦੀ ਜ਼ਰੂਰਤ ਹੋਏਗੀ ਜੋ ਤੁਹਾਡੇ ਅਧੀਨ ਕੰਮ ਕਰਦੇ ਨੇ, ਜਿਵੇਂ ਕਿ ਸੈਲਡ ਆਦਿ ਵਗੈਰਾ ਤਿਆਰ ਕਰਨ ਵਾਲਾ ਸਟਾਫ। ਉਦਾਹਰਨ ਲਈ ਤੁਹਾਨੂੰ ਇੱਕ ਨਵੀਂ ਮੀਨੂ ਆਈਟਮ ਦੀ ਤਿਆਰੀ ਬਾਰੇ ਦੱਸਣਾ ਪੈ ਸਕਦਾ ਹੈ। ਯੂਜ਼ਿੰਗ ਦਾ ਟੈਲੀਫੋਨ, ਭਾਵ ਕਿ ਟੈਲੀਫੋਨ ਦੀ ਵਰਤੋਂ ਕਰਨਾ। ਟੈਲੀਫੋਨ 'ਤੇ ਗੱਲਬਾਤ ਕਰਨਾ ਵਿਅਕਤੀਗਤ ਤੌਰ 'ਤੇ ਬੋਲਣ ਨਾਲੋਂ ਮੁਸ਼ਕਲ ਹੋ ਸਕਦਾ ਹੈ, ਕਿਉਂਕਿ ਬਹੁਤ ਸਾਰੇ ਗੈਰ ਜ਼ੁਬਾਨੀ ਸੰਕੇਤ ਜਿਹੜੇ ਨੇ ਗਾਇਬ ਹੋ ਜਾਂਦੇ ਨੇ। ਮਹਿਮਾਨਾਂ ਅਤੇ ਹੋਰ ਬਾਹਰੀ ਲੋਕਾਂ ਨਾਲ ਪੇਸ਼ ਆਉਂਦੇ ਸਮੇਂ ਤੁਹਾਡੇ ਕਾਰੋਬਾਰ ਦੀ ਚੰਗੀ ਪ੍ਰਭਾਵ ਬਣਾਉਣ ਲਈ ਇਹ ਮਹੱਤਵਪੂਰਨ ਹੁੰਦਾ ਹੈ। ਜਦੋਂ ਤੁਸੀਂ ਕਿਸੇ ਦੇ ਨਾਲ ਟੈਲੀਫੋਨ 'ਤੇ ਗੱਲਬਾਤ ਕਰਦੇ ਹੋ ਤਾਂ ਤੁਹਾਡੀ ਆਵਾਜ਼ ਜਿਹੜੀ ਸੁਰੀਲੀ ਹੋਣੀ ਚਾਹੀਦੀ ਹੈ ਅਤੇ 3 ਰਿੰਗਾਂ ਦੇ ਅੰਦਰ ਅੰਦਰ ਤੇਜ਼ੀ ਨਾਲ ਫੋਨ ਦਾ ਜਵਾਬ ਦੇਣਾ ਚਾਹੀਦਾ ਹੈ। ਗਿਵਿੰਗ ਡਾਇਰੈਕਸ਼ਨਸ ਐਂਡ ਫੀਡਬੈਕ, ਸਮੇਂ-ਸਮੇਂ 'ਤੇ ਨਿਰਦੇਸ਼ ਦੇਣੇ ਚਾਹੀਦੇ ਹਨ ਅਤੇ ਫੀਡਬੈਕ ਦੇਣਾ ਚਾਹੀਦਾ ਹੈ ਅਤੇ ਫੀਡਬੈਕ ਨੂੰ ਅਪਲਾਈ ਵੀ ਕਰਨਾ ਚਾਹੀਦਾ ਹੈ ਤਾਂ ਕਿ ਕੰਮਾਂ ਦੀ ਕਾਰਜਕਾਰੀ 'ਤੇ ਧਿਆਨ ਕੇਂਦਰਿਤ ਰਹਿ ਸਕੇ, ਨਾ ਕਿ ਕਿਸੇ ਵਿਅਕਤੀ 'ਤੇ। ਅਤੇ ਫੀਡਬੈਕ ਜਿਹੜੇ ਨੇ ਉਦੇਸ਼ਵਾਦੀ ਹੋਣੇ ਚਾਹੀਦੇ ਨੇ ਅਤੇ ਫੀਡਬੈਕ ਜਿਹੜਾ ਹੈ ਉਸ ਨੂੰ ਇੱਕ ਮੇਨ ਪੁਆਇੰਟ ਸਮਝਣਾ ਚਾਹੀਦਾ ਹੈ ਤਾਂ ਕਿ ਸਮੇਂ-ਸਮੇਂ 'ਤੇ ਜਿਹੜੇ ਕਸਟਮਰਾਂ ਵੱਲੋਂ ਤੁਹਾਨੂੰ ਫੀਡਬੈਕ ਦਿੱਤੇ ਜਾਂਦੇ ਨੇ ਜਾਂ ਸਟਾਫ ਵੱਲੋਂ ਫੀਡਬੈਕ ਦਿੱਤੇ ਜਾਂਦੇ ਨੇ ਉਹਨਾਂ ਨੂੰ ਅਪਲਾਈ ਕਰਕੇ ਜਿਹੜੇ ਤੁਸੀਂ ਚੰਗੇ ਨਿਰਦੇਸ਼ ਦੇ ਸਕਦੇ ਹੋ। ਹੈਂਡਲਿੰਗ ਕ੍ਰਿਟਿਸਿਜ਼ਮ, ਆਲੋਚਨਾ ਨੂੰ ਸੰਭਾਲਣਾ। ਆਲੋਚਨਾ ਨੂੰ ਪ੍ਰਾਪਤ ਕਰਨਾ ਅਕਸਰ ਮੁਸ਼ਕਲ ਹੁੰਦਾ ਹੈ। ਜਦੋਂ ਤੁਹਾਡੇ ਵਿਹਾਰ ਦੀ ਆਲੋਚਨਾ ਕੀਤੀ ਜਾਂਦੀ ਹੈ ਤਾਂ ਨਿੱਜੀ ਤੌਰ 'ਤੇ ਇਸ ਨੂੰ ਅਸੈਪਟ ਕਰਨਾ ਬਹੁਤ ਔਖਾ ਹੁੰਦਾ ਹੈ। ਜੇਕਰ ਆਲੋਚਨਾ ਵਾਲਾ ਵਿਅਕਤੀ ਗੁੱਸੇ ਵਾਲਾ, ਨਿਰਾਸ਼ ਜਾਂ ਦੋਸ਼ੀ ਹੈ ਤਾਂ ਉਸਾਰੂ ਆਲੋਚਨਾ ਤੁਹਾਨੂੰ ਫੀਡਬੈਕ ਪ੍ਰਦਾਨ ਕਰ ਸਕਦੀ ਹੈ, ਤੁਹਾਡੀ ਹੁਨਰਾਂ ਨੂੰ ਸੁਧਾਰਨ ਵਿੱਚ ਤੁਹਾਡੀ ਮਦਦ ਕਰ ਸਕਦੀ। ਇਸ ਲਈ ਮਹੱਤਵਪੂਰਨ ਹੈ ਕਿ ਤੁਸੀਂ ਜੋ ਆਲੋਚਨਾ ਪ੍ਰਾਪਤ ਕਰਦੇ ਹੋ ਉਸ ਨੂੰ ਪੋਜ਼ੀਟਿਵ ਵੇ ਦੇ ਨਾਲ ਹਾਸਲ ਕਰੋ। ਸੋ ਇਹ ਤਾਂ ਸੀ ਪ੍ਰਭਾਵਸ਼ਾਲੀ ਸੰਚਾਰ ਦੀਆਂ ਰਣਨੀਤੀਆਂ ਕਿ ਕੀ ਕਰਨਾ ਚਾਹੀਦਾ ਇੱਕ ਚੰਗੇ ਪ੍ਰਭਾਵਸ਼ਾਲੀ ਸੰਚਾਰ ਨੂੰ ਕਾਇਮ ਕਰਨ ਦੇ ਲਈ, ਕਿ ਫਸਟ ਇੰਪ੍ਰੈਸ਼ਨ ਜਿਹੜਾ ਪਹਿਲਾ ਪ੍ਰਭਾਵ ਬਹੁਤ ਹੀ ਵਧੀਆ ਹੋਣਾ ਚਾਹੀਦਾ ਹੈ, ਨੌਨ ਵਰਬਲ ਕਮਿਊਨੀਕੇਸ਼ਨ ਹੋਣਾ ਚਾਹੀਦਾ ਹੈ ਅਤੇ ਰਿਸਪੈਕਟ ਸ਼ੋਅ ਕਰਨੀ ਚਾਹੀਦੀ ਹੈ। ਲਿਸਨਿੰਗ ਸਕਿੱਲ ਜਿਹੜੀ ਵਧੀਆ ਹੋਣੀ ਚਾਹੀਦੀ ਹੈ, ਐਕਟਿਵ ਹੋਣੀ ਚਾਹੀਦੀ ਹੈ ਅਤੇ ਅਦਰ ਲੈਂਗੁਏਜਸ ਐਂਡ ਕਲਚਰਸ ਜਿਹੜੇ ਹੈ ਉਹਨਾਂ ਨੂੰ ਸਮੇਂ-ਸਮੇਂ 'ਤੇ ਸਿੱਖਦੇ ਰਹਿਣਾ ਚਾਹੀਦਾ ਹੈ ਅਤੇ ਕਿਸ ਤਰੀਕੇ ਦੇ ਨਾਲ ਨੋਇਜ਼ੀ ਇਨਵਾਇਰਮੈਂਟ ਵਿੱਚ ਵੀ ਵਧੀਆ ਕਮਿਊਨੀਕੇਟ ਕਰਨਾ ਚਾਹੀਦਾ ਹੈ। ਮੇਕਿੰਗ ਔਰ ਰਿਪੋਰਟ ਯੂਜ਼ਿੰਗ ਦਾ ਟੈਲੀਫੋਨ, ਗਿਵਿੰਗ ਡਾਇਰੈਕਸ਼ਨਸ ਐਂਡ ਫੀਡਬੈਕ ਐਂਡ ਹੈਂਡਲਿੰਗ ਕ੍ਰਿਟਿਸਿਜ਼ਮ, ਇਹ ਸਾਰੇ ਪੁਆਇੰਟ ਜਿਹੜੇ ਨੇ ਉਹ ਅਗਰ ਅਸੀਂ ਅੱਛੇ ਤਰੀਕੇ ਦੇ ਨਾਲ ਅਪਲਾਈ ਕਰ ਸਕੀਏ ਤਾਂ ਸਾਡਾ ਜਿਹੜਾ ਹੌਸਪਿਟੈਲਿਟੀ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਮੁਨਾਫਾ ਹੋ ਸਕਦਾ ਹੈ। ਸੋ ਇਹ ਤਾਂ ਸੀ ਸਾਡਾ ਅੱਜ ਦਾ ਟੌਪਿਕ, ਕਮਿਊਨੀਕੇਸ਼ਨ ਵਿਦ ਕਸਟਮਰਸ ਐਂਡ ਕੋਲੀਗਸ, ਕਿ ਕਿਸ ਤਰੀਕੇ ਦੇ ਨਾਲ ਸਾਨੂੰ ਇੱਕ ਕਸਟਮਰ ਅਤੇ ਆਪਣੇ ਕੋਲੀਗਸ ਦੇ ਨਾਲ ਸੰਚਾਰ ਕਰਨਾ ਚਾਹੀਦਾ ਹੈ। ਉਮੀਦ ਕਰਦੀ ਹਾਂ ਕਿ ਟੌਪਿਕ ਸਾਰਿਆਂ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਕਲੀਅਰ ਹੋਇਆ ਹੋਵੇਗਾ, ਬਹੁਤ ਸਾਰੇ ਡਾਊਟ ਕਲੀਅਰ ਹੋਏ ਹੋਣਗੇ। ਸੋ ਮਿਲਦੇ ਆ ਕਿਸੇ ਨਵੇਂ ਟੌਪਿਕ ਦੇ ਨਾਲ। ਥੈਂਕਸ ਫॉर ਵਾਚਿੰਗ।